ट्रीटमेंट कराने ਦੇ ਦੌਰਾਨ ਮੈਂ ਬਿਲਕੁਲ ਠੀਕ ਹੋ ਗਈ ਤੇ ਇੱਥੇ ਹੀ ਮੈਨੂੰ ਜੌਬ ਮਿਲ ਗਈ। ਤੇ ਹੀ ਫਰੈਂਡ ਪੜ੍ਹਦਾ ਰਿਹਾ ਨਾਲ ਸਕੂਲ 'ਚ ਤੇ ਉਹ ਵੇਚਦਾ ਹੁੰਦਾ ਸੀ ਮੇਰੇ ਰੂਮ 'ਚ ਬੈਠ ਕੇ ਤੇ ਉਹਨਾਂ ਨੇ ਹੀ ਮੈਨੂੰ ਲਗਵਾਇਆ 1 ਸਾਲ ਪੂਰਾ ਮਤਲਬ ਲਗਵਾਇਆ ਨਸ਼ਾ। ਤੇ ਉੱਥੋਂ ਕੋਈ ਸਰਪੰਚ ਸੀ ਕਈ ਪਿੰਡਾਂ ਦੇ ਉਹਨਾਂ ਕੋਲ ਜਿੰਨੀ ਵਾਰੀ ਵੀ ਜਾਣਾ ਉਨੀ ਵਾਰੀ ਵੀ ਪੈਸੇ ਮੰਗਣੇ ਉਹਨਾਂ ਨੇ ਕਦੀ ਵੀ ਨਾ ਨਹੀਂ ਕੀਤੀ। ਨਮਸਕਾਰ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਹਾਂ ਰੋਹਿਤ ਮਹਾਜਨ। ਇੱਕ ਪਾਸੇ ਜਿੱਥੋਂ ਸਾਡੀਆਂ ਸਰਕਾਰਾਂ ਵੱਲੋਂ ਬਹੁਤ ਦਾਅਵੇ ਕੀਤੇ ਜਾਂਦੇ ਨੇ ਕਿ ਪੰਜਾਬ ਦੇ ਵਿੱਚੋਂ ਜੋ ਨਸ਼ੇ ਦਾ ਖਾਤਮਾ ਹੋ ਚੁੱਕਿਆ ਹੈ, ਪਰ ਕਿਤੇ ਨਾ ਕਿਤੇ ਕੁਝ ਅਜਿਹੀਆਂ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਮਹਿਸੂਸ ਹੁੰਦਾ ਕਿ ਹਾਲੇ ਵੀ ਸਰਕਾਰਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਪਾਸੇ ਧਿਆਨ ਦੇਣ ਦੀ। ਅਸੀਂ ਗੱਲ ਕਰ ਰਹੇ ਹਾਂ ਅੱਜ ਜ਼ਿਲ੍ਹਾ ਗੁਰਦਾਸਪੁਰ 'ਚ ਅਸੀਂ ਮੌਜੂਦ ਹਾਂ। ਰੈੱਡ ਕਰਾਸ ਦੇ ਜਿਹੜਾ ਆਫਿਸ ਆ ਉੱਥੇ ਅਸੀਂ ਮੌਜੂਦ ਹਾਂ ਔਰ ਇੱਕ ਅਜਿਹੀ ਕਹਾਣੀ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਹਾਲੇ ਵੀ ਮੁੰਡੇ ਇਸ ਕੰਮ ਦੇ ਵਿੱਚ ਨਸ਼ਿਆਂ ਵੱਲ ਸੀਗੇ, ਨਾਲ ਦੇ ਨਾਲ ਹੀ ਲੜਕੀਆਂ ਵੀ ਕਿਤੇ ਨਾ ਕਿਤੇ ਇਸ ਦੀ ਗ੍ਰਿਫਤ ਦੇ ਵਿੱਚ ਨੇ। ਗੱਲਬਾਤ ਕਰਦੇ ਹਾਂ ਇੱਕ ਅਜਿਹੀ ਲੜਕੀ ਦੇ ਨਾਲ ਜੋ ਇਸ ਸਮੇਂ ਉਸ ਦਲਦਲ 'ਚੋਂ ਨਿਕਲ ਕੇ ਇਸ ਸੈਂਟਰ ਦੇ ਵਿੱਚ ਪਹੁੰਚੀ ਹੈ ਆਪਣੀ ਜ਼ਿੰਦਗੀ ਨੂੰ ਕੁਝ ਹੱਦ ਤੱਕ ਸਹੀ ਕਰਨ ਦੇ ਲਈ। ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈ ਜੀ ਦੈਨਿਕ ਸਵੇਰਾ ਟੀਵੀ ਤੇ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ ਜੋ ਇਸ ਦਲਦਲ ਦੇ ਵਿੱਚ ਨਸ਼ਿਆਂ ਦੀ ਫਸ ਚੁੱਕੇ ਸੀ? ਕੀ ਕਹਿਣਾ ਇਸ ਬਾਰੇ? ਤੁਹਾਡੀ ਕਿਸ ਤਰ੍ਹਾਂ ਸ਼ੁਰੂਆਤ ਹੋਈ ਤੇ ਕੀ ਕਹੋਗੇ ਇਸ ਬਾਰੇ? ਸਰ ਇੱਦਾਂ ਹੀ ਫਰੈਂਡ ਸੀ ਕੋਈ ਨਾਲ ਪੜ੍ਹਦਾ ਹੁੰਦਾ ਸੀ ਮੁੰਡਾ ਤੇ ਉਹ ਪਹਿਲਾਂ ਨਸ਼ਾ ਵੇਚਦੇ ਰਹੇ ਆ। ਫਿਰ ਇੱਕ ਦਿਨ ਮੈਂ ਉਹਨਾਂ ਨੂੰ ਲਗਾਉਂਦਿਆਂ ਦੇਖਿਆ ਸੀ ਤੇ ਕਹਿੰਦੇ ਲਗਾ ਕੇ ਦੇਖੋ ਵਧੀਆ ਚੀਜ਼ ਹੈਗੀ ਆ ਤੇ ਉਹਨਾਂ ਨੇ ਮੈਨੂੰ ਇਦਾਂ ਬੋਲ ਕੇ ਲਗਵਾ ਛੜਿਆ ਤੇ ਮੁੜ ਕੇ ਹੌਲੀ ਹੌਲੀ ਡੋਜ਼ ਵਧਾ ਦਿੱਤੀ ਤੇ ਫਿਰ ਮਤਲਬ ਕਿ ਜਾਣੀ ਕਿ ਮੈਂ 1 ਸਾਲ ਉਹਨਾਂ ਦੇ ਨਾਲ ਪੂਰਾ ਨਸ਼ਾ ਕੀਤਾ ਰੱਜ ਕੇ ਜਾਣੀ ਕਿ ਮੇਰੀ ਡੋਜ਼ ਬਹੁਤ ਜ਼ਿਆਦਾ ਵੱਧ ਗਈ ਸੀ ਤੇ ਮੈਂ ਦਲਦਲ ਦੇ ਵਿੱਚ ਫਸ ਗਈ ਸੀ। ਫਿਰ ਇਹਨਾਂ ਨਾਲ 1 ਸਾਲ ਬਾਅਦ ਮੈਰਿਜ ਕਰਵਾਈ ਤੇ ਫਿਰ ਮੈਂ ਇਹਨਾਂ ਨੂੰ ਦੱਸਿਆ ਕਿ ਮਤਲਬ ਕਿ ਮੈਂ ਇੱਦਾਂ ਕਰਦੀ ਹਾਂ, ਇੰਨੀ ਡੋਜ਼ ਮੇਰੀ ਹੈਗੀ ਆ। ਇਹਨਾਂ ਨੇ ਕਿਹਾ ਕਿ ਚਲ ਕੋਈ ਗੱਲ ਨਹੀਂ। ਇਹਨਾਂ ਨੇ ਬਾਹਰੋਂ ਵੀ ਬੜਾ ਸੁਣਿਆ ਸੀ। ਜੇ ਅਸੀਂ ਗੱਲ ਕਰੀਏ ਤੁਸੀਂ ਹੁਣ ਤੱਕ ਜੋ ਹੈ ਕਿੰਨੇ ਦਾ ਨਸ਼ਾ ਜੋ ਡੇਲੀ ਦਾ ਕਰਦੇ ਸੀਗੇ? ਸਰ 3-3.5 ਤੱਕ ਚੱਲ ਜਾਂਦੇ ਸੀ ਰੋਜ਼। 3-3.5 ਦਾ ਤੁਸੀਂ ਕਹਿ ਰਹੇ ਹੋ ਨਸ਼ਾ ਕਰਦੇ ਸੀ, ਫਿਰ ਇਸ ਦੀ ਪੂਰਤੀ ਪੈਸਿਆਂ ਦੀ ਕਿਸ ਤਰੀਕੇ ਨਾਲ ਹੁੰਦੀ ਸੀ? ਸਰ ਕੁਛ ਪੈਸੇ ਮੇਰੇ ਕੋਲ ਹੈਗੇ ਸੀ, ਮੈਂ ਕਮਾਏ ਦੇ ਹੀ ਕੰਮ ਕਰਕੇ ਪਹਿਲਾਂ ਤੇ ਜਦ ਨਸ਼ੇ ਦੇ ਵਿੱਚ ਲੱਗ ਗਈ ਫਿਰ ਮੈਂ ਕੋਈ ਕੰਮ ਨਹੀਂ ਕੀਤਾ। ਫਿਰ ਵੈਲੀ ਨਸ਼ੇ ਵੱਲ ਧਿਆਨ ਰਹਿੰਦਾ ਸੀ ਸਾਰਾ ਦਿਨ, ਕੁਛ ਵੀ ਨਹੀਂ ਕਰਨਾ ਬਸ। ਮੈਰਿਜ ਜਿਹੜੀ ਤੁਹਾਡੀ ਪਹਿਲੀ ਹੋਈ ਸੀ ਉਸ ਦੌਰਾਨ ਜੋ ਤੁਹਾਡੇ ਪਤੀ ਸੀ ਉਹ ਵੀ ਇਸ ਦੇ ਆਦੀ ਸੀ? ਉਹ ਵੀ ਇਸ ਦੇ ਆਦੀ ਸੀ। ਤੇ ਫਿਰ ਉਸ ਤੋਂ ਬਾਅਦ ਜਦੋਂ ਤੁਹਾਡੀ ਸੈਕੰਡ ਮੈਰਿਜ ਹੋਈ ਹੈ ਉਹਦੇ ਵਿੱਚ ਤੁਹਾਨੂੰ ਕੀ ਚੇਂਜ ਮਿਲਿਆ ਸੀਗਾ? ਸਰ ਚੇਂਜ ਇਹ ਮਿਲਿਆ ਕਿ ਮੈਂ ਜੋ ਵੀ ਮੇਰੀ ਲਾਈਫ 'ਚ ਪਹਿਲਾਂ ਹੈਗਾ ਸੀ ਮੇਰਾ ਪਾਸਟ, ਮੈਂ ਇਹਨਾਂ ਨਾਲ ਹਰ ਇੱਕ ਗੱਲ ਸ਼ੇਅਰ ਕੀਤੀ ਸੀ। ਇਹਨਾਂ ਨੂੰ ਦੱਸ ਦਿੱਤਾ ਸੀ ਕਿ ਇੱਦਾਂ ਦੀ ਮੇਰੀ ਕਹਾਣੀ ਆ। ਫਿਰ ਵੀ ਇਹਨਾਂ ਨੇ ਮੈਨੂੰ ਅਪਣਾਇਆ ਸੀ। ਇਸ ਤੋਂ ਪਹਿਲਾਂ ਜਦੋਂ ਤੁਸੀਂ ਨਸ਼ਾ ਜਦੋਂ ਕਰਨਾ ਸ਼ੁਰੂ ਕੀਤਾ ਤੇ ਨਸ਼ਾ ਜਿਹੜਾ ਤੁਹਾਨੂੰ ਕਿੱਥੋਂ ਅਵੇਲੇਬਲ ਹੁੰਦਾ ਸੀ? ਸਰ ਮੈਂ ਤੁਹਾਨੂੰ ਦੱਸਿਆ ਕਿ ਇੱਦਾਂ ਹੀ ਦੋਸਤ ਹੀ ਫਰੈਂਡ ਪੜ੍ਹਦਾ ਰਿਹਾ ਨਾਲ ਸਕੂਲ 'ਚ ਤੇ ਉਹ ਵੇਚਦਾ ਹੁੰਦਾ ਸੀ ਮੇਰੇ ਰੂਮ 'ਚ ਬੈਠ ਕੇ ਤੇ ਉਹਨਾਂ ਨੇ ਹੀ ਮੈਨੂੰ ਲਗਵਾਇਆ 1 ਸਾਲ ਪੂਰਾ ਮਤਲਬ ਲਗਵਾਇਆ ਨਸ਼ਾ। ਤੇ ਫਿਰ ਜਦੋਂ ਇਹਨਾਂ ਨਾਲ ਗੱਲਬਾਤ ਹੋਈ ਫਿਰ ਇਹਨਾਂ ਨਾਲ ਮੈਰਿਜ ਦੀ ਹੋਈ ਗੱਲ, ਫਿਰ ਮੈਂ ਉਹਦੇ ਨਾਲ ਲਿੰਕ ਆਪਣਾ ਛੱਡਦਾ। ਫਿਰ ਇਹਨਾਂ ਨੇ ਮਤਲਬ ਦੱਸਿਆ ਕਿ ਬਾਹਰ ਫਿਰਨ ਦੀ ਕੋਈ ਜ਼ਰੂਰਤ ਨਹੀਂ ਹੈ, ਚਲੋ ਕਰਦੇ ਹੋ, ਹੌਲੀ ਹੌਲੀ ਡੋਜ਼ ਘਟਵਾ ਦਾਂਗੇ ਤੇ ਘਰ ਬੈਠਿਆਂ ਹੀ ਨਸ਼ਾ ਮਿਲੇਗਾ। ਤੇ ਫਿਰ ਥੋੜ੍ਹੀ ਦੇਰ ਕੀਤਾ, ਫਿਰ ਮੈਨੂੰ ਸੈਂਟਰ ਦਾ ਪਤਾ ਲੱਗਿਆ। ਇੱਥੋਂ ਦਾ ਮੈਨੂੰ ਪਹਿਲਾਂ ਹੀ ਆਲਰੇਡੀ ਪਤਾ ਸੀ। ਫਿਰ ਮੈਂ ਇੱਥੇ ਆਈ। ਜਦੋਂ ਮੈਂ ਇੱਥੇ ਆਈ ਸੀ ਮੇਰੀ ਹਾਲਤ ਬਹੁਤ ਹੀ ਜ਼ਿਆਦਾ ਖ਼ਰਾਬ ਸੀ ਤੇ ਹੁਣ ਮੈਂ ਇੱਥੇ ਆ ਕੇ ਬਿਲਕੁਲ ਠੀਕ ਹਾਂ। ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਹੋ ਕਿ ਛੋਟੀ ਉਮਰ ਦੇ ਵਿੱਚ ਹੀ ਤੁਸੀਂ ਕਾਫੀ ਜੋ ਨਸ਼ਾ ਬਾਲਿਗ ਉਮਰ ਜਦੋਂ ਤੁਸੀਂ ਸਟਾਰਟ ਕੀਤਾ ਸੀਗਾ ਉਸ ਸਮੇਂ ਤੁਹਾਨੂੰ ਜੋ ਪੂਰਤੀ ਤੁਸੀਂ ਪੈਸਿਆਂ ਦੀ ਕਰਦੇ ਸੀਗੇ, ਘਰ ਵਾਲੇ ਜਿਹੜੇ ਸੀਗੇ ਤੁਹਾਡੇ ਫੈਮਿਲੀ ਨੇ ਇਸ ਬਾਰੇ ਕੀ ਕਿਹਾ ਸੀ ਤੁਹਾਨੂੰ? ਸਰ ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਸੀ। ਉਹਨਾਂ ਨੂੰ ਜਦ ਪਤਾ ਲੱਗ ਗਿਆ, ਪਹਿਲਾਂ ਪੈਸੇ ਉਹ ਦਿੰਦੇ ਸੀ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਫਿਰ ਉਹਨਾਂ ਨੇ ਕਦੇ ਵੀ 1 ਰੁਪਇਆ ਤੱਕ ਨਹੀਂ ਦਿੱਤਾ। ਤੇ ਪਤਾ ਲੱਗ ਗਿਆ ਫਿਰ ਰੋਜ਼ ਉਹਨਾਂ ਨੇ ਲੜਨਾ ਬੋਲਣਾ ਕਲੇਸ਼ ਪਾਉਣਾ ਕਿ ਤੂੰ ਮਰ ਜਾ ਉਹ ਕਰ ਜਾ। ਫਿਰ ਉਹਨਾਂ ਨੇ ਹਾਰ ਕੇ ਇੱਕ ਦਿਨ ਬੇਦਖਲ ਕਰਤਾ, ਸਮਾਨ ਚੁੱਕ ਕੇ ਬਾਹਰ ਸੁੱਟਤਾ। ਮੇਰੀ ਇੰਨੀ ਹਾਲਤ ਖਰਾਬ ਸੀ ਕਿ ਮੈਂ ਸੜਕਾਂ 'ਤੇ ਸਰ ਧੱਕੇ ਖਾ ਲਏ। ਕਿਉਂ ਖਾਧੇ? ਕਿਉਂਕਿ ਸਮਾਨ ਦੇ ਪਿੱਛੇ ਪੈਸਾ ਨਹੀਂ ਕੋਈ ਹੁੰਦਾ, ਸੜਕਾਂ 'ਤੇ ਧੱਕੇ ਹੀ ਖਾਣੇ ਸੀ। ਫਿਰ ਕੀ ਕਰਨਾ ਸੀ? ਉਹਨਾਂ ਨੇ ਵੀ ਉੱਧਰੋਂ ਬਾਹਰ ਕੱਢਤਾ, ਉਹਨਾਂ ਨੇ ਵੀ ਕੱਢਤਾ। ਫਿਰ ਅਸੀਂ ਦੋਨੋਂ ਜਣੇ ਸੜਕਾਂ 'ਤੇ ਹੀ ਧੱਕੇ ਖਾਂਦੇ ਰਹੇ ਤੇ ਇੰਨੀ ਵਜ੍ਹਾ ਮਤਲਬ ਇੰਨੀ ਮੁਸ਼ਕਿਲ ਹੋ ਗਈ ਸੀ ਕਿ ਮੈਂ ਸੁਸਾਈਡ ਕਰਨ ਤੱਕ ਵੀ ਆ ਗਈ ਸੀ।
ਸੁਸਾਈਡ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸੁਸਾਈਡ ਕਰਨ ਤੱਕ ਤੁਸੀਂ ਜੋ ਹੈ ਆਪਣੀ ਜ਼ਿੰਦਗੀ ਦੇ ਵਿੱਚ ਪਹੁੰਚ ਗਏ ਸੀ। ਅਸੀਂ ਗੱਲ ਕਰਦੇ ਹਾਂ ਜਦੋਂ ਤੁਹਾਨੂੰ ਸੈਕਿੰਡ ਮੈਰਿਜ ਤੁਸੀਂ ਕੀਤੀ ਹੈ ਤੇ ਇਹਨਾਂ ਨੂੰ ਇਸ ਬਾਰੇ ਸਭ ਕੁਝ ਪਤਾ ਸੀ ਹਾਂਜੀ, ਇਹਨਾਂ ਨੂੰ ਪਤਾ ਤੇ ਸੀ। ਫਿਰ ਵੀ ਤੁਹਾਨੂੰ ਐਕਸੈਪਟ ਕੀਤਾ ਇਹਨਾਂ ਨੇ? ਹਾਂਜੀ। ਜੀ ਹੁਣ ਅਸੀਂ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਜਦੋਂ ਤੁਸੀਂ ਇਹਨਾਂ ਨਾਲ ਤੁਹਾਡੀ ਆਪਣੀ ਜ਼ਿੰਦਗੀ ਦੀ ਤੁਸੀਂ ਸ਼ੁਰੂਆਤ ਕਰਨੀ ਸੀ, ਹਰ ਇੱਕ ਲੜਕੇ ਦਾ ਇੱਕ ਚਾਹ ਹੁੰਦਾ ਕਿ ਮੈਂ ਜੋ ਮੈਰਿਜ ਆਪਣੀ ਕਰਨੀ ਹੈ, ਲਾਈਫ ਪਾਰਟਨਰ ਜੋ ਵਧੀਆ ਹੋਣਾ ਚਾਹੀਦਾ। ਇਹਦੇ ਵਿੱਚ ਇੱਕ ਤੁਹਾਡੇ ਵੀ ਦਾਤ ਦੇਣੀ ਪਵੇਗੀ ਕਿ ਤੁਸੀਂ ਪਤਾ ਹੋਣ ਦੇ ਬਾਵਜੂਦ ਇਹਨਾਂ ਨੂੰ ਐਕਸੈਪਟ ਕੀਤਾ। ਕਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਲੱਗਿਆ ਤੇ ਤੁਹਾਡੀ ਲਾਈਫ ਬਾਰੇ ਵੀ ਕੁਝ ਜਾਣਨਾ ਚਾਹਾਂਗੇ। ਸਰ ਮੈਂ ਪਹਿਲਾਂ ਵੀ ਕਰਦਾ ਸੀ ਨਸ਼ਾ, ਤਾਂ ਮੇਰੀ ਸੁਸਾਇਟੀ ਵੀ ਉਹੋ ਜਿਹੀ। ਤਾਂ 2-4 ਮਹੀਨੇ ਤੋਂ ਪਹਿਲਾਂ ਮੈਨੂੰ ਇਹਨਾਂ ਦੇ ਮਗਰ ਫਿਰਦੇ ਹੋ ਗਏ, ਪਰ ਉਸ ਟਾਈਮ ਇਹ ਨਹੀਂ ਕਰਦੇ। ਉਹ ਥੋੜ੍ਹਾ ਬਹੁਤਾ ਕਰਦੇ ਸੀ, ਇੰਨਾ ਨਹੀਂ ਸੀ। ਗੋਲੀ ਗਾਲੀ ਕੋਈ ਖਾ ਲੈਂਦੇ ਹੁੰਦੇ ਸੀ, ਪਰ ਇੰਨਾ ਨਹੀਂ ਪਤਾ ਕਿ ਇੰਨੀ ਡੋਜ਼ ਵੱਧ ਤੱਕ ਲੈਂਦੇ ਆ ਇਹ। ਜਦੋਂ ਇਹਨਾਂ ਨਾਲ ਮੇਰਾ ਰਿਲੇਸ਼ਨ ਵੱਧ ਗਿਆ, ਅੱਗੇ ਜਾਂਦਾ ਰਿਹਾ, ਗਾਂ ਤੁਰਦੇ ਰਹੇ। ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਦੀ ਡੋਜ਼ ਇੰਨੀ ਕਾ ਕਿ ਜਿੰਨੀ ਕੁ ਮੈਂ ਡੋਜ਼ ਲੈਂਦਾ ਉਨੀ ਹੀ ਇਹ ਡੋਜ਼ ਲੈਣ ਡੈ ਪਏ। ਇਹ ਉਨੀ ਹੀ ਡੋਜ਼ ਲੈਂਦੇ ਸੀ ਜਿੰਨੀ ਮੈਂ ਲੈਂਦਾ ਸੀ। ਅਤੇ ਫਿਰ ਮੈਂ ਇਹਨਾਂ ਨਾਲ ਗੱਲ ਕੀਤੀ ਕਿ ਇਹ ਤਾਂ ਕੰਮ ਖਰਾਬ ਆ, ਅੱਜ ਨਹੀਂ ਤੇ ਕੱਲ੍ਹ ਅਸੀਂ ਮਰ ਜਾਂਗੇ। ਪੈਸੇ ਜਿਹੜੇ ਸੀਗੇ ਤੁਸੀਂ ਵੀ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਅਹਿਮ ਹੈ ਕਿ ਜੋ ਨਸ਼ਾ ਖਰੀਦਣ ਦੇ ਲਈ ਜਾਂ ਪੈਸੇ ਦੀ ਤਾਂ ਬਹੁਤ ਜ਼ਰੂਰਤ ਹੈ, ਉਸ ਨੂੰ ਕਿਸ ਤਰੀਕੇ ਨਾਲ ਤੁਸੀਂ ਸਰਵਾਈਵ ਕਰਦੇ ਸੀ? ਸਰ ਪੈਸੇ ਮੈਂ ਰੈਲੀਆਂ ਰੂਲੀਆਂ 'ਤੇ ਵੀ ਜਾਂਦਾ ਹੁੰਦਾ ਸੀ, ਅਤੇ ਉੱਥੋਂ ਕੋਈ ਸਰਪੰਚ ਸੀ ਕਈ ਪਿੰਡਾਂ ਦੇ, ਉਹਨਾਂ ਕੋਲ ਜਿੰਨੀ ਵਾਰੀ ਵੀ ਜਾਣਾ ਉਨੀ ਵਾਰੀ ਵੀ ਪੈਸੇ ਮੰਗਣੇ, ਉਹਨਾਂ ਨੇ ਕਦੀ ਵੀ ਨਾ ਨਹੀਂ ਕੀਤੀ। ਇਸ ਟਾਈਮ 'ਤੇ ਇੱਕ ਤਾਂ ਪੂਰਾ ਹੋ ਗਿਆ ਵਾ, ਉਹਨਾਂ ਦੀ ਡੈਥ ਹੋ ਗਈ ਹੈ, ਅਤੇ ਉਹਨਾਂ ਨੇ ਨਾ ਨਹੀਂ ਕੀਤੀ। ਪੈਸੇ ਪੂਸੇ ਦੀ ਕੋਈ ਟੈਨਸ਼ਨ ਨਹੀਂ ਸੀ ਉਦੋਂ। ਅਤੇ ਜਦੋਂ ਸਾਨੂੰ ਪਤਾ ਲੱਗਾ ਕਿ ਹੁਣ ਪੈਸੇ ਬਿਲਕੁਲ ਨਹੀਂ ਆਉਣੇ, ਹੁਣ ਤਾਂ ਆਉਣੇ ਬੰਦ ਹੋ ਗਏ, ਇਹਨੂੰ ਮੈਂ ਇੱਕੋ ਗੱਲ ਕੀਤੀ ਕਿ ਹੁਣ ਛੱਡਣਾ ਪੈਣਾ, ਕਿ ਆਪਾਂ ਛੱਡ ਦਈਏ ਤਾਂ ਚੰਗੀ ਗੱਲ ਆ। ਅਤੇ ਇਹਨਾਂ ਨੇ ਵੀ ਪਹਿਲਾਂ ਦੇ ਰਾਤ ਨੂੰ ਇਹਨਾਂ ਕਹਿ ਦੇਣਾ ਕਿ ਹਾਂ ਕਿ ਠੀਕ ਆ ਜੀ ਛੱਡ ਦਾਂਗੇ, ਜਦੋਂ ਦਿਨ ਚੜ੍ਹਨਾ ਉਦੋਂ ਫਿਰ ਕਹਿਣਾ ਫੋਨ ਲਾਇਓ, ਇੱਕ PC ਮੰਗਾ ਦਿਓ, ਫੋਨ ਲਾਇਓ, ਇੱਕ PC ਮੰਗਾ ਦਿਓ। ਇੱਕ ਸਵਾਲ ਜੋ ਬਹੁਤ ਅਹਿਮ ਹੈ ਕਿ ਨਸ਼ਾ ਤੁਹਾਨੂੰ ਆਸਾਨੀ ਨਾਲ ਪ੍ਰਾਪਤ ਹੋ ਜਾਂਦਾ ਸੀਗਾ? ਹਾਂਜੀ। ਕਿਸ ਤਰੀਕੇ ਦੇ ਨਾਲ ਜੋ ਇਸ ਨੂੰ ਤੁਸੀਂ ਮੰਗਵਾਉਂਦੇ ਸੀ, ਕਿਸ ਤਰ੍ਹਾਂ ਤੁਸੀਂ ਇਹ ਜਿਹੜਾ ਨਸ਼ਾ ਤੁਹਾਡੇ ਤੱਕ ਪਹੁੰਚਦਾ ਸੀ, ਇਸ ਬਾਰੇ ਕੁਝ ਦੱਸੋ। ਸਰ ਉਹ ਗਲੀ 'ਚੋਂ ਮਿਲ ਜਾਂਦਾ ਸੀ ਸਾਡੇ ਉੱਥੋਂ, ਉਹ ਕਿਸੇ ਵੀ ਗਲੀ 'ਚੋਂ ਮਿਲ ਜਾਂਦਾ ਸੀ। ਕਈ ਛੋਟੇ ਬੱਚੇ 15 ਸਾਲ ਦੇ, 20 ਸਾਲ ਤੱਕ ਵੀ ਨਹੀਂ ਪਹੁੰਚੇ, 18 ਸਾਲ ਦੇ, 15 ਸਾਲ ਦੇ, ਇੱਥੋਂ ਤੱਕ ਬੱਚੇ ਉਹ ਨਸ਼ਾ ਵੇਚਦੇ ਕਿ ਟੌਫੀਆਂ ਹੱਥ 'ਚ ਫੜਾਈਆਂ ਹੋਣੀਆਂ, ਹੱਥ 'ਚ ਪੈਸੇ ਫੜਾ ਦੇਣੇ ਅਤੇ ਉਹਨਾਂ ਨੇ ਚੀਜ਼ ਫੜਾ ਜਾਣੀ। ਅਤੇ ਕਈ ਤਾਂ ਫੋਨ ਕਰਨਾ ਅਤੇ ਉਹਨੇ ਘਰੇ ਫੜਾ ਜਾਣਾ, ਅੱਵਲ ਤਾਂ ਉੱਠਣ ਦੀ ਲੋੜ ਹੀ ਨਹੀਂ ਸੀ ਪੈਂਦੀ ਹੁੰਦੀ, ਘਰੇ ਫੜਾ ਜਾਂਦੇ ਹੁੰਦੇ ਸੀ। ਤੁਸੀਂ ਜੋ ਹੁਣ ਯੂਥ ਹੈ ਪੰਜਾਬ ਦਾ ਕਿਤੇ ਨਾ ਕਿਤੇ ਭਟਕ ਰਿਹਾ, ਪੰਜਾਬ ਤੋਂ ਬਾਹਰ ਜਾਣ ਦੀਆਂ ਗੱਲਾਂ ਕਰਦੇ ਨੇ, ਸ਼ਾਇਦ ਕੁਝ ਅਜਿਹੇ ਕਾਰਨ ਹੀ ਨੇ ਕਿ ਇੱਥੇ ਇੱਕ ਨਸ਼ੇ ਦਾ ਵਧਣਾ, ਬੇਰੁਜ਼ਗਾਰੀ ਜੋ ਕਿਤੇ ਨਾ ਕਿਤੇ ਹੱਦ ਤੱਕ ਬਹੁਤ ਜ਼ਿਆਦਾ ਆ। ਕੀ ਮੈਸੇਜ ਤੁਸੀਂ ਦੇਣਾ ਚਾਹੋਗੇ ਯੂਥ ਦੇ ਲਈ? ਪਰ ਯੂਥ ਦੇ ਲਈ ਤਾਂ ਇਹੋ ਮੈਸੇਜ ਆ ਕਿ ਪੰਜਾਬ 'ਚ ਤਾਂ ਨਸ਼ਾ ਬਹੁਤ ਆ, ਕਿ ਪੰਜਾਬ 'ਚ ਤਾਂ ਰਹਿਣਾ ਬਿਲਕੁਲ ਖ਼ਤਮ ਆ ਇੱਕ ਹਿਸਾਬ ਦਾ। ਜੋ ਵੀ ਯੂਥ ਆ ਅੱਜ ਤੋਂ ਮੇਰੇ ਹਿਸਾਬ ਨਾਲ 90% ਆਦਮੀ ਨਸ਼ਾ ਕਰ ਰਿਹਾ ਹੈ। ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹ ਅਜਿਹੀਆਂ ਲੜਕੀਆਂ ਜੋ ਅੱਜ ਇਸ ਗ੍ਰਿਫਤ ਵਿੱਚ ਹੋਰ ਵੀ ਨੇ ਲੜਕੀਆਂ ਕਾਫੀ ਸਾਰੀਆਂ, ਜਿਸ ਤਰੀਕੇ ਨਾਲ ਤੁਸੀਂ ਗੱਲਬਾਤ ਕਰ ਰਹੇ ਸੀ, ਕੀ ਮੈਸੇਜ ਦੇਣਾ ਚਾਹੋਗੇ? ਸਰ ਮੈਂ ਤਾਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਜੋ ਵੀ ਮੇਰੇ ਵੀਰ ਤੇ ਭੈਣਾਂ ਭਰਾ ਕਰਦੇ ਆ, ਤੇ ਇਹ ਨਸ਼ਾ ਬਿਲਕੁਲ ਬਹੁਤ ਹੀ ਮਾੜੀ ਚੀਜ਼ ਹੈਗੀ ਆ। ਇਹ ਜ਼ਿੰਦਗੀ ਨੂੰ ਖਰਾਬ ਕਰ ਦਿੰਦਾ ਆ, ਤੇ ਇਹਦੇ ਵਿੱਚ ਮੌਤ ਹੀ ਮੌਤ ਹੈਗੀ ਆ। ਤੇ ਜਦ ਵੀ ਉਹਨਾਂ ਨੂੰ ਰੈੱਡ ਕ੍ਰੋਸ ਸੈਂਟਰ ਦਾ ਪਤਾ ਲੱਗੇ ਤੇ ਬਿਲਕੁਲ ਇੱਥੇ ਆਉਣ, ਤੇ ਉਹਨਾਂ ਨੇ ਵੀ ਸਹੀ ਹੋ ਜਾਣਾ ਹੈ। ਕਿਉਂਕਿ ਇਹਦੇ 'ਚ ਬੰਦੇ ਚਲੋ ਗਲਤੀਆਂ ਕਰਦੇ ਆ, ਇਨਸਾਨ ਹਰ ਇੱਕ ਕੋਲ ਗਲਤੀ ਹੋ ਜਾਂਦੀ ਆ, ਤੇ ਇਹਦਾ ਸੁਧਾਰਨ ਦਾ ਮੌਕਾ ਵੀ ਇੱਕ ਮਿਲ ਜਾਂਦਾ ਵਾ। ਅਤੇ ਅਸੀਂ ਵੀ ਬੜੀਆਂ ਗਲਤੀਆਂ ਕੀਤੀਆਂ ਆਪਣੀਆਂ ਲਾਈਫ 'ਚ। ਅਸੀਂ ਵੀ ਕਹਿੰਦੇ ਹੁੰਦੇ ਅਸੀਂ ਨਹੀਂ ਛੱਡ ਸਕਦੇ ਨਸ਼ਾ, ਅਸੀਂ ਮਾਰ ਹੀ ਜਾਣਾ ਹੈ ਨਸ਼ੇ ਤੋਂ ਬਿਨਾਂ, ਨਹੀਂ ਮਿਲੇਗਾ। ਤੇ ਪਰ ਜਦ ਅਸੀਂ ਇਹ ਸੈਂਟਰ 'ਚ ਆਏ ਨਾ, ਤਾਂ ਹੁਣ ਸਾਨੂੰ ਪਤਾ ਲੱਗਦਾ ਵੀ ਸਾਡੀ ਲਾਈਫ ਹੈਗੀ ਆ ਕੁਛ, ਅਸੀਂ ਬਿਲਕੁਲ ਇੱਕਦਮ ਠੀਕ ਆ। ਤੁਸੀਂ ਇੱਥੇ ਆਉਣ ਤੋਂ ਬਾਅਦ, ਇਹ ਸੈਂਟਰ ਦੇ ਵਿੱਚ ਆਉਣ ਤੋਂ ਬਾਅਦ ਜੋ ਤੁਹਾਡੀ ਪਹਿਲੇ ਲਾਈਫ ਸੀ ਤੇ ਹੁਣ ਦਾ ਕੀ ਫਰਕ ਆਇਆ?
ਸਰ ਪਹਿਲਾਂ ਬਹੁਤ ਗੰਦੀ ਲਾਈਫ ਸੀ ਸਾਡੀ। ਹੁਣ ਤੇ ਸਾਨੂੰ ਇਦਾਂ ਪਤਾ ਲੱਗਦਾ ਵਾ ਕਿ ਜਿੱਦਾਂ ਸਾਨੂੰ ਨਵਾਂ ਹੀ ਜੀਵਨ ਦਿੱਤਾ ਹੈ ਸਰ ਉਹਨਾਂ ਨੇ। ਅਸੀਂ ਤਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਸੋ ਇੱਕ ਅਜਿਹੇ ਸ਼ਖਸ ਦੇ ਨਾਲ ਵੀ ਹੁਣ ਤੁਹਾਨੂੰ ਅਸੀਂ ਮਿਲਵਾਉਣ ਜਾ ਰਹੇ ਹਾਂ ਜੋ ਇਸ ਸੈਂਟਰ ਦੇ ਵਿੱਚ ਆਏ ਤਾਂ ਸੀ, ਆਪਣਾ ਜੋ ਡਰੱਗਸ ਉਸ ਸਮੇਂ ਜੋ ਲੈਂਦੇ ਸੀਗੇ ਉਸ ਨੂੰ ਛੱਡਣ ਤੋਂ ਬਾਅਦ ਹੁਣ ਇੱਥੇ ਸੈਂਟਰ ਦੇ ਵਿੱਚ ਹੀ ਉਹ ਜੌਬ ਕਰ ਰਹੇ ਨੇ। ਤੇ ਉਹ ਸ਼ਖਸ ਨਾਲ ਵੀ ਤੁਹਾਨੂੰ ਅਸੀਂ ਅੱਜ ਮਿਲਵਾਉਂਦੇ ਹਾਂ। ਉਹਨਾਂ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਲਾਈਫ ਜੋ ਹੈ ਚੇਂਜ ਹੋਈ ਹੈ। ਤੇ ਆਓ ਹੁਣ ਤੁਹਾਨੂੰ ਗੱਲਬਾਤ ਕਰਵਾਉਂਦੇ ਹਾਂ ਉਹਨਾਂ ਦੇ ਨਾਲ ਵੀ ਤੇ ਜਾਣਦੇ ਹਾਂ ਉਹਨਾਂ ਕੋਲ ਕੀ ਕਹਿਣਾ ਜੀ। ਜੀ ਮੈਡਮ, ਸਵਾਗਤ ਹੈ ਜੀ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। ਥੈਂਕ ਯੂ। ਕੀ ਕਹਿਣਾ ਚਾਹੋਗੇ ਤੁਸੀਂ ਜੋ ਆਪਣੀ ਲਾਈਫ ਤੁਹਾਡੀ ਜੋ ਚੇਂਜ ਹੋਈ ਹੈ, ਇੱਥੇ ਜਦੋਂ ਤੁਸੀਂ ਆਏ ਸੀ ਉਦੋਂ ਕੀ ਹਾਲਾਤ ਸੀ, ਹੁਣ ਤੁਸੀਂ ਕੀ ਕਰ ਰਹੇ ਹੋ? ਬਹੁਤ ਹੀ ਗਲਤ, ਮਤਲਬ ਕਿ ਇਹ ਨਸ਼ਾ ਜਿਹੜਾ ਨਾ ਘਰ ਘਰ ਨੂੰ ਬਰਬਾਦ ਕਰ ਦਿੰਦਾ। ਨਸ਼ਾ ਕਹਿਣਾ ਤੇ ਬਹੁਤ ਸੌਖਾ, ਛੋਟਾ ਜਿਹਾ ਲਫ਼ਜ਼ ਹੈ, ਲੇਕਿਨ ਜਿਸ ਦੇ ਘਰ ਚਲਾ ਜਾਂਦਾ ਨਾ ਉਹਦਾ ਘਰ ਬਰਬਾਦ ਕਰ ਦਿੰਦਾ ਆ। ਤੇ ਉਸ ਟਾਈਮ ਤੇ ਬਹੁਤ ਇਨਸਾਨ ਨੂੰ ਹੁੰਦਾ ਕਿ ਨਹੀਂ ਅਸੀਂ ਨਸ਼ੇ 'ਚ ਹਾਂ, ਅਸੀਂ ਨਸ਼ੇ 'ਚ ਰਹਿਣਾ, ਅਸੀਂ ਇਲਾਜ ਨਹੀਂ ਕਰਾਉਣਾ, ਕੋਈ ਗੱਲ ਨਹੀਂ, ਮੌਤ ਹੀ ਆਉਣੀ ਹੈ, ਇੱਕ ਦਿਨ ਆ ਹੀ ਜਾਏਗੀ, ਕੋਈ ਚੱਕਰ ਨਹੀਂ ਆ। ਫਿਰ ਜਦੋਂ ਇਨਸਾਨ ਕੋਲ ਪੈਸੇ ਖਤਮ ਹੋ ਜਾਂਦੇ, ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ, ਜਿਸ ਤਰ੍ਹਾਂ ਕਿ ਪਿਛਲੀ ਵਾਰੀ ਲੋਕਡਾਊਨ ਲੱਗਿਆ, ਕੰਮ ਬੰਦ ਹੋ ਗਏ, ਸਭ ਕੁਝ ਬੰਦ ਹੋ ਗਿਆ ਨਾ ਜੀ। ਤੇ ਉਸ ਟਾਈਮ ਮੈਂ ਇਸ ਸੈਂਟਰ 'ਚ ਆਈ ਸੀ ਤੇ ਇੱਥੋਂ ਟ੍ਰੀਟਮੈਂਟ ਕਰਾਉਣ ਦੇ ਦੌਰਾਨ ਮੈਂ ਬਿਲਕੁਲ ਠੀਕ ਹੋ ਗਈ ਤੇ ਇੱਥੇ ਹੀ ਮੈਨੂੰ ਜੌਬ ਮਿਲ ਗਈ। ਕਿੰਨਾ ਸਮਾਂ ਲੱਗ ਗਿਆ ਤੁਹਾਨੂੰ ਜੋ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਸੀ ਨਸ਼ੇ ਦੀ, ਸੈਂਟਰ 'ਚ ਪਹੁੰਚਣ ਤੋਂ ਬਾਅਦ ਕਿੰਨੀ ਦੇਰ ਦੇ ਵਿੱਚ ਜੋ ਤੁਹਾਨੂੰ ਇਸ ਦਾ ਫਰਕ ਲੱਗਾ? ਮੈਂ ਤੇ 15-20 ਦਿਨ 'ਚ ਠੀਕ ਹੋ ਗਈ ਸੀਗੀ, ਜੀ। ਕਿਉਂਕਿ ਮੈਂ ਡੋਜ਼ ਮੇਰੀ ਬਹੁਤ ਘੱਟ ਸੀਗੀ, ਇਸ ਕਰਕੇ ਮੈਂ 15-20 ਦਿਨ 'ਚ, ਪਰ ਮੈਂ ਮਹੀਨਾ ਪੂਰਾ ਲਗਾਇਆ ਸੀ। ਤੇ ਉਸ ਤੋਂ ਬਾਅਦ ਇਹਨਾਂ ਦੇ ਕੰਟੈਕਟ 'ਚ ਰਹੀ। ਫਿਰ ਮੈਂ ਇਹਨਾਂ ਨੂੰ ਬੋਲਿਆ ਕਿ ਮਿਸਟਰ ਰਮੇਸ਼ ਮਹਾਜਨ ਨੂੰ ਕਿ ਮੈਨੂੰ ਜੌਬ ਦੀ ਜ਼ਰੂਰਤ ਹੈ ਜੀ। ਤੇ ਇਹਨਾਂ ਦੇ ਕੰਟੈਕਟ 'ਚ ਰਹੀ ਤੇ ਇਹਨਾਂ ਨੇ ਫਿਰ ਮੈਨੂੰ ਇੱਥੇ ਜੌਬ ਦਿਲਾਈ। ਰੈੱਡ ਕਰਾਸ ਨਸ਼ਾ ਛਡਾਊ ਕੇਂਦਰ, ਜੀ। ਯੋਗਾ ਥੈਰੇਪਿਸਟ ਹਾਂ ਇਸ ਵਕਤ ਮੈਂ ਇੱਥੇ। ਤੇ ਮੈਂ ਤਮਾਮ ਉਹਨਾਂ ਲੋਕਾਂ ਦੀ ਹੈਲਪ ਕਰਨਾ ਚਾਹੁੰਦੀ ਹਾਂ ਜੋ ਨਸ਼ਾ ਕਰਦੇ ਆ, ਕਿਉਂਕਿ ਦੁਖੀ ਦਾ ਦਰਦ ਦੁਖੀ ਸਮਝ ਸਕਦਾ, ਨਸ਼ੇੜੀ ਦਾ ਦਰਦ ਉਹੀ ਸਮਝ ਸਕਦਾ ਜਿਹੜੇ ਇਸ ਰਸਤੇ 'ਚੋਂ ਨਿਕਲਿਆ ਹੋਏ। ਤੇ ਬਹੁਤ ਅਫਸੋਸ ਹੈ ਮੈਨੂੰ ਉਸ ਜ਼ਿੰਦਗੀ ਦਾ ਜਿਹੜੀ ਗੁਜ਼ਰ ਗਈ, ਪਰ ਹੁਣ ਮੇਰੀ ਲਾਈਫ ਬਿਲਕੁਲ ਠੀਕ ਹੈ। ਮੈਂ ਸ਼ੁਕਰ ਕਰਦੀ ਹਾਂ ਪਰਮਾਤਮਾ ਦਾ ਕਿ ਉਹਨਾਂ ਨੇ ਮੈਨੂੰ ਇਸ ਸੈਂਟਰ ਦੇ ਬਾਰੇ 'ਚ ਦੱਸਿਆ ਤੇ ਮੈਂ ਇੱਥੇ ਪਹੁੰਚੀ। ਸੋ ਇਹ ਤੁਹਾਨੂੰ ਅਸੀਂ ਜੋ ਗੱਲਬਾਤ ਕੀਤੀ ਹੈ ਤੇ ਹੁਣ ਅਸੀਂ ਤੁਹਾਨੂੰ ਉਸ ਜੋ ਸ਼ਖਸੀਅਤ ਜਿਨ੍ਹਾਂ ਦੇ ਕਰਕੇ ਇਹ ਸਾਰੀ ਲੋਕਾਂ ਦੀ ਜੋ ਜ਼ਿੰਦਗੀ ਜੋ ਹੈ ਬਦਲ ਲਈ ਹੈ, ਔਰ ਜੋ ਯੁਵਾ ਇਸ ਗ੍ਰਿਫਤ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਕਾਫੀ ਹੱਦ ਤੱਕ ਜੋ ਉਹਨਾਂ ਨੇ ਬਾਹਰ ਲਿਆਂਦਾ, ਉਹ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹੈ। ਗੁਰਦਾਸਪੁਰ ਦੇ ਵਿੱਚ ਉਹਨਾਂ ਦਾ ਜੋ ਇੱਕ ਤੁਸੀਂ ਬੱਚੇ ਨੂੰ ਵੀ ਉਹਨਾਂ ਬਾਰੇ ਖਾਸ ਪਤਾ ਹੈ, ਕਿਉਂਕਿ ਉਹ ਅੱਜ ਮਿਸਾਲ ਬਣ ਚੁੱਕੇ ਨੇ ਅਜਿਹੇ ਯੁਵਾ ਪੀੜ੍ਹੀ ਦੇ ਲਈ ਔਰ ਅਜਿਹੇ ਲੋਕਾਂ ਲਈ ਜੋ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਸੀ ਔਰ ਅੱਜ ਕਾਫੀ ਹੱਦ ਤੱਕ ਜੋ ਹੈ ਉਹ ਆਪਣੀ ਜ਼ਿੰਦਗੀ ਜੋ ਹੈ ਵਧੀਆ ਬਤੀਤ ਕਰ ਰਹੇ ਨੇ। ਤੇ ਉਹ ਨੈਸ਼ਨਲ ਅਵਾਰਡੀ ਰਮੇਸ਼ ਮਹਾਜਨ ਜੀ ਦੇ ਨਾਲ ਔਰ ਉਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸੋਚ ਬਣੀ ਕਿ ਜੋ ਇਹ ਸੈਂਟਰ ਦੀ ਜੋ ਸ਼ੁਰੂਆਤ ਵੀ ਹੋਈ, ਕਿੰਨੀਆਂ ਜ਼ਿੰਦਗੀਆਂ ਉਹ ਹਾਲੇ ਤੱਕ ਬਦਲ ਚੁੱਕੇ ਨੇ। ਜੀ ਸਰ, ਸਭ ਤੋਂ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੈਨਿਕ ਸਵੇਰਾ ਟੀਵੀ ਤੇ। ਥੈਂਕ ਯੂ ਮਾਈ ਸਾਹਿਬ। ਮੈਂ ਤੇ ਅੱਜ ਗੁੱਡ ਲੱਕ ਹੈ ਵੀ ਦੈਨਿਕ ਸਵੇਰਾ ਨਾਲ ਮੈਂ ਰੂਬਰੂ ਹੋ ਰਿਹਾ। ਮੈਂ ਦੱਸਣਾ ਚਾਹੁੰਦਾ ਪਬਲਿਕ ਨੂੰ ਕਿ ਮੈਂ ਐਜ਼ ਏ PA ਟੂ DC ਰਿਟਾਇਰ ਹੋ ਕੇ 2004 ਵਿੱਚ ਐਜ਼ ਪ੍ਰੋਜੈਕਟ ਡਾਇਰੈਕਟਰ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਦਾ ਚਾਰਜ ਲਿਆ ਸੀਗਾ। ਜਦੋਂ ਮੈਂ ਚਾਰਜ ਲਿਆ ਤਾਂ ਉਸ ਵੇਲੇ ਸਿਰਫ ਤਿੰਨ ਇੱਥੇ ਮਰੀਜ਼ ਸੀਗੇ ਅਤੇ ਕੋਈ ਫੈਸਿਲਿਟੀ ਨਹੀਂ, ਇੱਕ ਟੁੱਟਾ ਜਿਹਾ ਮੇਜ਼ ਸੀਗਾ। ਮੈਂ ਉਸ ਲਈ ਇੱਕ ਸੁਪਨਾ ਲਿਆ ਵੀ ਜੇ ਸੇਵਾ ਹੀ ਕਰਨੀ ਹੈ ਮਾਨਵਤਾ ਦੀ, ਜਾਂ ਜਿਹੜੇ ਯੰਗਸਟਰ ਨਸ਼ੇ ਵਿੱਚ ਫਸੇ ਨੇ ਅਤੇ ਉਹਨਾਂ ਵਿੱਚੋਂ ਇੱਕ ਤਾਂ ਆਪਣੀ ਬਿਲਡਿੰਗ ਚਾਹੀਦੀ ਹੈ, ਇਹਨਾਂ ਵਾਸਤੇ ਜਿਮ ਚਾਹੀਦਾ ਹੈ, ਇਹਨਾਂ ਵਾਸਤੇ ਲਾਇਬ੍ਰੇਰੀ ਚਾਹੀਦੀ ਹੈ, ਇਹਨਾਂ ਨੂੰ ਬਿਜ਼ੀ ਰੱਖਣ ਵਾਸਤੇ ਯੋਗਾ ਥੈਰੇਪਿਸਟ ਚਾਹੀਦਾ ਹੈ, ਇਹਨਾਂ ਨੂੰ ਬਿਜ਼ੀ ਰੱਖਣ ਵਾਸਤੇ ਇੱਕ ਸਿਨੇਮਾ ਹਾਲ ਜਾਂ ਇਹਨਾਂ ਨੂੰ ਕੰਪਿਊਟਰ ਸੈਂਟਰ ਵੀ ਸਿਖਾਉਣਾ ਚਾਹੀਦਾ ਹੈ, ਕੰਪਿਊਟਰ ਟ੍ਰੇਨਿੰਗ ਵੀ ਦੇਣੀ ਚਾਹੀਦੀ ਹੈ, ਵਾਈਟ ਪੇਅਰ ਟ੍ਰੇਨਿੰਗ ਵੀ ਦੇਣੀ ਚਾਹੀਦੀ ਹੈ। ਇਹ ਸਾਰੀਆਂ ਸੋਚਾਂ ਮੈਂ ਲੈ ਕੇ ਜਿੰਨਾ ਮੈਂ ਸੁਪਨਾ ਲਿਆ ਸੀਗਾ, ਬਿਲਡਿੰਗ ਬਣਾਈ ਇੱਥੇ, ਸਾਰੀਆਂ ਜਿੰਨੀਆਂ ਫੈਸਿਲਿਟੀਆਂ ਦਾ ਸੁਪਨਾ ਲਿਆ ਸੀਗਾ ਸਭ ਆਪਣੇ ਪੱਲਿਓਂ ਮੈਂ ਲਾ ਕੇ ਇਨਵੈਸਟ ਕਰਕੇ ਲੱਖਾਂ ਰੁਪਈਆ ਇੱਥੇ ਮੈਂ ਉਹ ਚੀਜ਼ਾਂ ਪ੍ਰੋਵਾਈਡ ਕੀਤੀਆਂ। ਇਹ ਸੈਂਟਰ ਹੁਣ ਨੈਸ਼ਨਲ ਲੈਵਲ ਦੇ ਨਹੀਂ, ਇੰਟਰਨੈਸ਼ਨਲ ਲੈਵਲ ਤੱਕ ਮਸ਼ਹੂਰ ਹੈ। ਲੱਖਾਂ ਹੀ ਨੌਜਵਾਨ ਜਿਹੜੇ ਕਿ ਨਸ਼ੇ ਦੇ ਦਲਦਲ ਵਿੱਚ ਫਸੇ ਸਨ
ਉਹ ਇੱਥੇ ਆ ਕੇ ਆਪਣਾ ਇਲਾਜ ਕਰਾ ਕੇ ਠੀਕ ਹੋ ਗਏ ਨੇ। ਈਵਨ ਪੂਰੇ ਪੰਜਾਬ 'ਚੋਂ ਨਹੀਂ, ਪੂਰੇ ਇੰਡੀਆ 'ਚੋਂ ਹੈ। ਈਵਨ ਫਾਰਨ ਕੰਟਰੀ 'ਚੋਂ ਵੀ ਪੇਸ਼ੈਂਟ ਇੱਥੇ ਆਉਂਦੇ ਨੇ ਅਤੇ ਆਪਣਾ ਇਲਾਜ ਮੁਫਤ ਇਲਾਜ ਕਰਵਾਉਂਦੇ ਆ। ਮੁਫਤ ਰੋਟੀ ਹੈ, ਸਭ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਮੇਰੇ ਘਰ ਦੀਆਂ ਮੈਂ ਇੱਥੇ ਪ੍ਰੋਵਾਈਡ ਕੀਤੀਆਂ। ਇਸ ਕਰਕੇ ਇਹ ਘਰ ਵਰਗਾ ਮਾਹੌਲ ਹੈ, ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਮੈਂ ਸਰ ਜੇ ਇੱਕ ਸਭ ਤੋਂ ਅਹਿਮ ਗੱਲ ਤੁਸੀਂ ਜਿਸ ਤਰੀਕੇ ਨਾਲ ਕਿਹਾ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਜੋ ਹੈ ਇਸ ਦੇ ਉੱਪਰ ਇਨਵੈਸਟ ਵੀ ਕੀਤਾ, ਸਰਕਾਰ ਵੱਲੋਂ ਕੀ ਮਦਦ ਇਸ ਦੇ ਵਿੱਚ ਕੀਤੀ ਜਾ ਰਹੀ ਹੈ? ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਹੋ, ਯੁਵਾ ਪੀੜ੍ਹੀ ਜੋ ਨਸ਼ੇ ਦੀ ਦਲਦਲ 'ਚ ਫਸ ਚੁੱਕੀ ਹੈ ਉਹਨਾਂ ਲਈ ਤੁਸੀਂ ਕਰ ਰਹੇ ਹੋ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੰਜਾਬ ਤੋਂ ਬਾਹਰ ਦੇ ਲੋਕ ਵੀ ਇੱਥੇ ਆਏ ਨੇ, ਵਿਦੇਸ਼ ਦੇ ਵੀ ਇੱਥੇ ਜੋ ਲੋਕ ਜੋ ਇੱਥੇ ਪਹੁੰਚਦੇ ਨੇ ਆਪਣਾ ਟ੍ਰੀਟਮੈਂਟ ਕਰਵਾਉਣ ਲਈ, ਔਰ ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਇਸ ਬਾਰੇ ਇਹੀ ਕਹਿਣਾ ਚਾਹਾਂਗਾ ਵੀ ਪੰਜਾਬ ਸਰਕਾਰ ਨੇ ਅਜੇ ਤੱਕ ਇਸ ਸੈਂਟਰ ਨੂੰ ਕੋਈ ਮਾਨਤਾ ਨਹੀਂ ਦਿੱਤੀ, ਕੋਈ ਮਦਦ ਨਹੀਂ ਕੀਤੀ, ਕੋਈ ਐਪਰੀਸ਼ੀਏਸ਼ਨ ਨਹੀਂ ਦਿੱਤਾ। ਸਿਰਫ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਮੇਰੀਆਂ ਸਰਵਿਸਿਜ਼ ਰੈਕਗਨਾਈਜ਼ ਕਰਦੇ ਹੋਏ ਮੈਨੂੰ ਇੰਡੀਵਿਜੂਅਲੀ ਆਨਰ ਕੀਤਾ 26/6 ਨੂੰ ਇੰਟਰਨੈਸ਼ਨਲ ਡਰੱਗ ਅਬਿਊਜ਼ ਡੇ 'ਤੇ। ਉਸ ਲਈ ਸਿਰਫ 3 ਆਦਮੀ ਪਿੱਛੇ ਪੰਜਾਬ ਦੇ ਗੌਰਮੈਂਟ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਐਡਾ ਵੱਡਾ ਆਰਗੇਨਾਈਜ਼ ਕਰਕੇ ਮੈਨੂੰ 3 ਆਦਮੀਆਂ ਵਿੱਚੋਂ ਸ਼ਾਮਲ ਹਾਂ। ਇੱਕ ਪੰਜਾਬ ਵਾਸਤੇ, ਪੂਰੇ ਇੰਡੀਆ ਵਾਸਤੇ ਇੱਕ ਇੱਕ ਅੱਛੀ ਗੱਲ ਹੈ ਵੀ ਇੱਕ ਗੁਰਦਾਸਪੁਰ ਦਾ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋਇਆ ਆਦਮੀ ਰਾਸ਼ਟਰਪਤੀ ਤੱਕ ਹੁਣ ਤੱਕ ਪਹੁੰਚਿਆ। ਇਹ ਮੇਰੇ ਵਾਸਤੇ ਔਰ ਮੇਰੇ ਸਾਰੇ ਪੰਜਾਬੀਆਂ ਵਾਸਤੇ ਇੱਕ ਮਾਣ ਦੀ ਗੱਲ ਹੈ। ਹੁਣ ਇਹ ਪ੍ਰੋਜੈਕਟ ਗੌਰਮੈਂਟ ਆਫ ਇੰਡੀਆ ਗੌਰਮੈਂਟ ਆਫ ਇੰਡੀਆ ਦਾ ਮਿਨਿਸਟਰੀ ਆਫ ਸਿਵਲ ਜਸਟਿਸ ਦੁਆਰਾ ਥੋੜ੍ਹੀ ਜਿਹੀ ਏਡ ਪੰਜਾਬ ਰੈੱਡ ਕਰਾਸ ਸੁਸਾਇਟੀ ਜਿਹੜੀ ਕਿ ਇਸ ਦੀ NGO ਹੈ ਜਿਹਦੇ ਥੱਲੇ ਅਸੀਂ ਕੰਮ ਕਰ ਰਹੇ ਹਾਂ, ਉਹਦੇ ਥੱਲੇ ਚੱਲ ਰਿਹਾ ਹੈ। ਪਰ ਏਡ ਇੰਨੀ ਘੱਟ ਹੈ, ਜਿੱਦਾਂ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਸਿਰਫ 8,000 ਰੁਪਏ ਦੀ ਮਹੀਨੇ ਦੀ ਕੰਟੀਜੈਂਸੀ ਆਉਂਦੀ ਹੈ, ਜਦੋਂ ਕਿ ਬਿਜਲੀ ਦਾ ਬਿੱਲ 25-30 ਹਜ਼ਾਰ ਰੁਪਏ, 40,000 ਰੁਪਇਆ ਅਤੇ ਬਾਕੀ ਹੋਰ ਖਰਚੇ ਕਾਫੀ ਆਉਂਦੇ ਨੇ। ਉਹ ਵੀ ਮੈਨੂੰ, ਮੈਂ ਤਨਖਾਹ ਕਦੀ ਨਹੀਂ ਲਈ ਇੱਥੋਂ ਜੀ। ਈਵਨ ਆਪਣੇ ਦੋਸਤਾਂ ਕੋਲ ਕੁਛ ਜਾਂ ਆਪਣੀ ਮੇਰੀ ਬੇਟੀ ਭੇਜਦੀ ਹੈ ਬਾਹਰੋਂ, ਅਤੇ ਇਸ ਸੈਂਟਰ ਅਸੀਂ ਬੜਾ ਸਕਸੈਸਫੁਲੀ ਚਲਾ ਰਹੇ ਹਾਂ। ਸੋ ਸਰ ਜਿਹੜੀ ਯੁਵਾ ਪੀੜ੍ਹੀ ਜੋ ਹੈ ਇਸ ਦਲਦਲ ਦੇ ਵਿੱਚ ਫਸ ਚੁੱਕੀ ਹੈ, ਤੁਹਾਡੇ ਕੋਲ ਇੱਥੇ ਪਹੁੰਚਦੇ ਨੇ ਇਲਾਜ ਕਰਵਾਉਣ ਦੇ ਲਈ, ਅਜਿਹੇ ਯੁਵਾ ਪੀੜ੍ਹੀ ਨੂੰ ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਕਿ ਲੱਖਾਂ ਰੁਪਏ ਜੋ ਇਸ ਨਸ਼ੇ ਦੇ ਵਿੱਚ ਉਹ ਬਰਬਾਦ ਕਰ ਚੁੱਕੇ ਨੇ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਭਾਈ ਸਾਹਿਬ ਮੈਂ ਦੱਸਾਂ, ਜਦੋਂ ਕਈ ਤਾਂ ਮਾਪਿਓ ਇੱਥੇ ਆਪਣੇ ਬੱਚੇ ਸੁੱਟ ਜਾਂਦੇ ਗੇਟ 'ਤੇ ਵੀ ਭਾਈ ਸਾਹਿਬ ਜਦੋਂ ਠੀਕ ਹੋ ਜਾਏਗਾ ਤਾਂ ਸਾਡੇ ਘਰ ਭੇਜ ਦੇਣਾ, ਨਹੀਂ ਠੀਕ ਹੋਏਗਾ ਅਤੇ ਇਹਦਾ ਸੰਸਕਾਰ ਜਦੋਂ ਕਰਨਾ ਹੋਏਗਾ ਮੈਨੂੰ ਤੁਸੀਂ ਦੱਸ ਦੇਣਾ। ਇਹ ਅਜਿਹੇ ਹਜ਼ਾਰਾਂ ਬੱਚੇ ਅਸੀਂ ਜਿਹੜੇ ਮਾਪਿਓ ਕੋਈ ਆਸ ਨਹੀਂ ਸੀਗੀ ਵੀ ਇਹ ਸਰਵਾਈਵ ਕਰਨਗੇ, ਉਹ ਇੱਥੋਂ ਠੀਕ ਹੋ ਕੇ ਗਏ ਨੇ। ਮੈਂ ਗੱਲ ਕਰਨਾ ਚਾਹਾਂਗਾ, ਇੱਕ ਹੁਣੇ ਰੋਸ਼ਨੀ ਨੇ ਇੰਟਰਵਿਊ ਦਿੱਤੀ ਸੀ, ਇੱਦਾਂ ਦੀਆਂ ਮੇਰੇ ਕੋਲ 77 ਗਰਲਸ ਠੀਕ ਹੋ ਕੇ ਗਈਆਂ ਨੇ। ਲੜਕੀਆਂ ਦਾ ਇਸ ਦਲਦਲ ਦੇ ਵਿੱਚ ਫਸਣਾ ਇੱਕ ਸੁਸਾਇਟੀ ਲਈ ਇੱਕ ਬੜਾ ਵੱਡਾ ਤਪਾ ਹੈ, ਅਤੇ ਮੈਂ ਸਮਝਦਾ ਹੁਣ ਨਸ਼ਾ ਇੱਕ ਬਿਮਾਰੀ ਹੈ, ਮੁੰਡੇ ਨੂੰ ਵੀ ਲੱਗ ਸਕਦਾ ਹੈ, ਕੁੜੀ ਨੂੰ ਵੀ ਲੱਗ ਸਕਦਾ ਹੈ। ਪਰ ਕੁੜੀਆਂ ਡੋਲੀ ਸ਼ਰਮਾ ਜਿਹੜੀ ਮੇਰੇ ਕੋਲ ਪਹਿਲਾਂ ਆਈ ਸੀਗੀ, ਉਹਦੀ ਕਾਫੀ ਇੰਟਰਵਿਊ ਕਾਫੀ ਚੈਨਲਾਂ 'ਤੇ ਈਵਨ BBC 'ਤੇ ਵੀ ਪ੍ਰਕਾਸ਼ਿਤ ਹੋਈ ਸੀ, ਚੱਲੀ ਸੀਗੀ, ਅਤੇ ਉਹਦੇ ਕਰਕੇ ਹਜ਼ਾਰਾਂ ਹੀ ਲੜਕੀਆਂ ਜਿਹੜੀਆਂ ਦਲਦਲ ਵਿੱਚ ਫਸ ਗਈਆਂ ਨੇ, ਉਹ ਇਹਨੂੰ ਟੈਲੀਫੋਨ ਕਰਦੀਆਂ ਵੀ ਸਾਨੂੰ ਵੀ ਇਸ ਦਲਦਲ ਵਿੱਚ ਕੱਢਣ ਵਾਸਤੇ ਸਾਡੀ ਮਦਦ ਕਰੋ। ਪਰ ਉਹਨਾਂ ਦੀ ਮਜਬੂਰੀ ਹੈ, ਉਹ ਕੋਈ ਮੈਰਿਡ ਨੇ, ਉਹ ਸੁਸਾਇਟੀ ਤੋਂ ਬਾਹਰ ਨਹੀਂ ਆ ਸਕਦੀਆਂ, ਅਤੇ ਇਸ ਕਰਕੇ ਉਹਨਾਂ ਨੂੰ ਅਸੀਂ OPD ਦੇ ਵਿੱਚ ਹੀ ਉਹਦਾ ਇਲਾਜ ਕਰਦੇ ਹਾਂ। ਡੋਲੀ ਸ਼ਰਮਾ ਜਿਹੜੀ ਕਿ ਐਡਿਕਟ ਸੀਗੀ, ਉਹਨੇ ਜਦੋਂ ਨਸ਼ਾ ਛੱਡਿਆ ਉਹਨੂੰ ਇੱਕ ਅੱਛਾ ਪਰਿਵਾਰ ਮਿਲ ਗਿਆ, ਮੈਰਿਜ ਹੋ ਗਈ, ਨੌਕਰੀ ਮਿਲ ਗਈ, ਇਸ ਵੇਲੇ ਸਸੁਰਾਲ ਵੀ ਅੱਛੇ ਨੇ। ਨਾ ਕਿ ਇਹ ਹੈ ਤੇ ਯੋਗਾ ਥੈਰੇਪਿਸਟ ਹੈ, ਪਰ ਯੋਗੇ ਦੇ ਨਾਲ ਨਾਲ ਇਹ ਪੇਂਟਿੰਗ ਸਿਖਾ ਰਹੀ ਹੈ ਬੱਚਿਆਂ ਨੂੰ, ਡਾਂਸ ਸਿਖਾ ਰਹੀ ਹੈ, ਭੰਗੜਾ ਸਿਖਾ ਰਹੀ ਹੈ, ਹਰਦਮ ਉਹਨਾਂ ਨੂੰ ਬਿਜ਼ੀ ਕਰਨ ਵਾਸਤੇ ਤਤਪਰ ਰਹਿੰਦੀ ਹੈ। ਇਸ ਦੇ ਨਾਲ ਹੀ ਮੇਰੇ ਕਾਉਂਸਲਰ ਨੇ, ਕੋਮਲ ਹੈ, 2-3 ਰਘਵੀਰ ਨੇ, ਕਾਫੀ ਮੇਰੇ ਕੋਲ PhD ਡਾਕਟਰ ਵੀ PhD ਸਕੈਟਰਿਸਟ ਵੀ ਡਾਕਟਰ ਹੈ ਸਿਵਲ ਹਸਪਤਾਲ ਤੋਂ। ਇੱਕ ਡਾਕਟਰ ਕਰਤਾਰ ਸਿੰਘ ਬੱਬਰ ਹੈ ਜਿਹੜੇ ਕਿ MD ਨੇ, ਉਹ ਵੀ ਇੱਥੇ ਆ ਕੇ ਇਹਦਾ ਮੈਡੀਕਲ ਤੌਰ 'ਤੇ ਪਹਿਲਾਂ ਇਲਾਜ ਕਰਦੇ ਨੇ, ਫਿਰ ਅਸੀਂ ਮਾਨਸਿਕ ਤੌਰ 'ਤੇ
ਥਰੂ ਕਾਉਂਸਲਰ ਇਲਾਜ ਕਰਦੇ ਹਾਂ ਦਾ ਦਵਾਈਆਂ ਵੀ ਫ੍ਰੀ ਨੇ, ਰੋਟੀ ਵੀ ਫ੍ਰੀ ਹੈ। ਇਹਨਾਂ ਨੂੰ ਬਿਜ਼ੀ ਰੱਖਣ ਵਾਸਤੇ ਅਸੀਂ ਸਾਰੇ ਹੀ ਹੱਲਾ ਜਿੰਨੇ ਵੀ ਸਾਡੇ ਕੋਲ ਕਾਉਂਸਲਿੰਗ, ਡਾਂਸ, पेंटिंग जी जो सिनेमा हॉल, खास करके मल्टीपर्पज़ जिम, लाइब्रेरी, ये सारिया फैसिलिटियाँ यूज़ करते हैं। इनका माइंड जोड़ा नशे वाल ना जाए, इस करके इन्हों हरदम आप बिजी रखते हैं। ये की होया भी बर्ड का रिकॉर्ड जोड़ा 17% सक्सैस रेट है, जदों कि इस सेंटर का पार्टिकुलर रेड क्रॉस नशे छुड़ाओ केंद्र गुरदासपुर का सक्सैस रेट 90% तो भी उत्ते है। यह गल कई चैनल्स ने प्रूव की है। एक IAS अफसर सीगे सरदार बिंदर सिंह कैंथ इत्थे DC रह गए डूरिंग उनकी टनोर उन्होंने इत्थे PhD की डग्स से। उन्होंने 30 बच्चे अडाप्ट किए जिन्होंने 2 साल फॉलो करते रहे। 30 विचों 28 ठीक होए, दो फिर लैप्स हो गए। इस करके एक IAS अफसर की किताब लिखी, उन इस सेंटर की बहुत सेवा की, तो नाल ही उन्होंने कैलकुलेट किया भी इनके रिजल्ट जोड़े है इट इज़ मोर दैन 90%। तो हाँ जी, मैं खास करके लड़कियां उनकी मैं समझदा, उनकी बेबसी समझदा, सोसाइटी की मजबूरी समझदा। मैरिज हो गई है, उन्होंने उनका भी बेबस है। मैं कहना भी वो कुट के घर में मरन की बजाय वो इस सेंटर में आन। जिदा डोली ने इलाज कराया है, लुधियाने तो कुड़ी आई सी एक दिव्या, उन्हें इलाज कराया है, रोशनी इलाज करी है। यह सेंटर साढ़े सेंटर वास्ते एक अच्छी वरदान सिद्ध हो रहा है, तो अच्छा मैसेज लड़कियों को दे रहे हैं। लॉकडाउन लगा, लॉकडाउन के जोड़े सीगे प्रोफैशनल डांसर वो घर बह गए, कोई मैरिज बंद हो गई, वो सारे एडिक्ट सीगे, तो उन्होंने अपना सब कुछ बेच के बेले बैठे ने, क्योंकि नशे वास्ते पैसे नहीं है। उन्होंने 2-3 तो मर गए है, तो वो भी काफ़ी इत्थे भर्ती हो रहे हैं। तो लड़कियां का इत्थे नशे में जाना एक सोसाइटी वास्ते अच्छी गल नहीं है। बहुत बहुत धन्यवाद सर गलबात करने ਲਈ। ਸੋ ਇਹ ਸਾਡੇ ਨਾਲ ਮੌਜੂਦ ਸਨ ਨੈਸ਼ਨਲ ਅਵਾਰਡੀ ਰਮੇਸ਼ ਮਹਾਜਨ ਜੀ ਗੁਰਦਾਸਪੁਰ ਤੋਂ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜੋ ਯੁਵਾ ਪੀੜ੍ਹੀ ਇਸ ਦਲਦਲ ਦੇ ਵਿੱਚ ਫਸ ਚੁੱਕੀ ਹੈ, ਕਿਤੇ ਨਾ ਕਿਤੇ ਅਗਰ ਉਹ ਇਸ ਸਥਾਨ ਦੇ ਉੱਪਰ ਪਹੁੰਚ ਕੇ ਆਪਣੀ ਜ਼ਿੰਦਗੀ ਜੋ ਹੈ ਨਰਕ ਦੇ ਵਿੱਚ ਢਕੇਲਣ ਨੂੰ ਜ਼ਿਆਦਾ ਵਧੀਆ ਕਿ ਇੱਥੇ ਪਹੁੰਚ ਕੇ ਆਪਣੀ ਜ਼ਿੰਦਗੀ ਜੋ ਹੈ ਵਧੀਆ ਬਤੀਤ ਕਰ ਸਕਦੇ ਨੇ ਔਰ ਇੱਕ ਨਵੀਂ ਸ਼ੁਰੂਆਤ ਆਪਣੀ ਜ਼ਿੰਦਗੀ ਦੀ ਜੋ ਕਰ ਸਕਦੇ ਨੇ। ਕੈਮਰਾ ਪਰਸਨ ਸੰਦੀਪ ਦੇ ਨਾਲ ਰੋਹਿਤ ਮਹਾਜਨ, ਦੈਨਿਕ ਸਵੇਰਾ TV ਲਈ ਗੁਰਦਾਸਪੁਰ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।